ਧੰਨ ਵਾਹਿਗੁਰੂ ਸਾਹਿਬ ਜੀ। ਸਲੋਕ ਮਹਿਲਾ ਪਹਿਲਾ। ਘਰ ਨਾਰਾਇਣ ਸਭਾ ਨਾਲ, ਪੂਜ ਕਰੇ ਰਖੈ ਨਾਵਾਲ। ਕੁੰਗੂ ਚੰਨਣ ਫੁੱਲ ਚੜਾਏ, ਪੈਰੀ ਪੈ ਪੈ ਬਹੁਤ ਮਨਾਏ। ਮਾਣੂਆ ਮੰਗ ਮੰਗ ਪੈਨ ਖਾਏ, ਅੰਧੀ ਕਮੀ ਅੰਧ ਸਜਾਏ। ਭੁੱਖਿਆਂ ਦੇ ਨਾ ਮਰਦਿਆਂ ਰੱਖੈ, ਅੰਧਾ ਝਗੜਾ ਅੰਧੀ ਸਥੈ। ਭੁੱਖਿਆਂ ਦੇ ਨਾ ਮਰਦਿਆਂ ਰੱਖੈ, ਅੰਧਾ ਝਗੜਾ ਅੰਧੀ ਸਥੈ। ਪਰਮ ਸਤਿਕਾਰਯੋਗ ਪਰਮ ਸਨਮਾਨਯੋਗ ਜੁਗੋ ਜੁਗ ਅਟਲ ਚਬਰ ਛਤਰ ਤਖਤ ਔਰ ਵਖਤ ਦੇ ਮਾਲਕ ਸਾਹਿਬੇ ਕਮਾਲ ਸ਼ਬਦ ਗੁਰੂ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀਓ ਮਹਾਰਾਜ, ਤਿਨਾਂ ਦੀ ਪਾਵਨ ਪਵਿੱਤਰ ਹਜ਼ੂਰੀ ਦਾ ਆਨੰਦ ਮਾਣ ਰਹੇ। ਗੁਰੂ ਪਿਆਰੇ ਗੁਰੂ ਸਵਾਰੇ ਸਤ ਸੰਗੀ ਜਨੋ, ਵਡਭਾਗੇ ਹਾਂ ਅਕਾਲ ਪੁਰਖ ਜੀ ਦੀ ਅਪਾਰ ਬਖਸ਼ਿਸ਼ ਰਹਿਮਤ ਹੋਈ ਹੈ। ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਹਜ਼ੂਰ ਜੁੜ ਮਿਲ ਬੈਠ ਵਿਚਾਰਾਂ ਸਾਂਝੀਆਂ ਕਰਨ ਦਾ ਸੁਭਾਗਾ ਸਮਾਂ ਪ੍ਰਾਪਤ ਹੋਇਆ ਹੈ। ਜੋ ਪਾਵਨ ਸਲੋਕ ਆਪ ਜੀਆਂ ਨੇ ਸ਼ਰਵਣ ਕੀਤਾ ਹੈ, ਸਾਰੰਗ ਕੀ ਵਾਰ ਦੇ ਅੰਦਰ 9 ਨੰਬਰ ਪੌੜੀ ਦਾ ਪਹਿਲਾ ਸ਼ਲੋਕ ਧੰਨ ਸ਼੍ਰੀ ਗੁਰੂ ਨਾਨਕ ਸਾਹਿਬ ਪਾਤਸ਼ਾਹ ਜੀ ਦੀ ਮੁਬਾਰਕ ਰਸਨਾ ਤੋਂ ਉਚਾਰਨ ਕੀਤਾ ਹੋਇਆ ਹੈ। ਆਓ ਵਿਚਾਰ ਨੂੰ ਆਰੰਭ ਕਰਨ ਤੋਂ ਪਹਿਲਾਂ ਮੁਬਾਰਕ ਫਤਿਹ ਦੇ ਨਾਲ ਸਾਂਝ ਪਾ ਲਈਏ। ਇੱਕੇ ਹੀ ਵਾਰ ਕਹਿਣ ਤੇ ਫਤਿਹ ਪਰਵਾਨੋ ਜੀ, ਗੱਜ ਕੇ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।
ਪੌੜੀ ਦੀ ਅਖੀਰਲੀ ਪੰਕਤੀ ਦੇ ਅੰਦਰ ਪਾਤਸ਼ਾਹ ਜੀ ਨੇ ਫਰਮਾਇਆ ਹੈ, ਨਾਨਕ ਸਤਿਗੁਰ ਮਿਲਿਐ ਨਾਉ ਮੰਨੀਐ ਜਿਨ ਦੇਵੈ ਸੋਈ। ਜੇ ਸਤਿਗੁਰੂ ਮਿਲੇ ਤਾਂ ਹੀ ਨਾਮ ਸਿਮਰਨ ਜ਼ਿੰਦਗੀ ਦਾ ਪ੍ਰਗਟ ਪੰਥ ਮੰਨਿਆ ਜਾ ਸਕਦਾ ਹੈ। ਤੇ ਇਹ ਦਾਤ ਉਹਨਾਂ ਮਨੁੱਖਾਂ ਨੂੰ ਮਿਲਦੀ ਹੈ ਜਿਨ੍ਹਾਂ ਨੂੰ ਪਰਮਾਤਮਾ ਆਪ ਦਿੰਦਾ ਹੈ। ਪਹਿਲੀ ਪੰਕਤੀ ਦੇ ਅੰਦਰ ਪਾਤਸ਼ਾਹ ਜੀ ਨੇ ਬਖਸ਼ਿਸ਼ ਕੀਤੀ, ਨਾਏ ਮੰਨਿਐ ਸੁਖ ਉਪਜੈ ਨਾਮੇ ਗਤ ਹੋਈ। ਨਾਏ ਮੰਨਿਐ ਪਤ ਪਾਈਐ ਹਿਰਦੈ ਹਰ ਸੋਈ। ਜੇ ਮਨ ਅਕਾਲ ਪੁਰਖ ਪਰਮਾਤਮਾ ਦੇ ਵਿੱਚ ਪਤੀਜ ਜਾਏ ਤਾਂ ਜ਼ਿੰਦਗੀ ਦੇ ਅੰਦਰ, ਜੀਵਨ ਦੇ ਅੰਦਰ ਸੁੱਖ ਪੈਦਾ ਹੁੰਦਾ ਹੈ। ਤੇ ਨਾਮ ਦੇ ਵਿੱਚ ਜਦੋਂ ਸੁਰਤ ਜੁੜਦੀ ਹੈ, ਪਾਤਸ਼ਾਹ ਜੀ ਕਹਿੰਦੇ ਉੱਚੀ ਆਤਮਿਕ ਅਵਸਥਾ ਵੀ ਉਦੋਂ ਹੀ ਬਣਦੀ ਹੈ। ਨਾਏ ਮੰਨਿਐ ਪਤ ਪਾਈਐ ਹਿਰਦੈ ਹਰ ਸੋਈ। ਪਤ ਭਾਵ ਇੱਜ਼ਤ। ਜੇਕਰ ਮਨ ਅਕਾਲ ਪੁਰਖ ਪਰਮਾਤਮਾ ਦੇ ਰੰਗ ਦੇ ਵਿੱਚ ਰੰਗਿਆ ਜਾਏ ਤਾਂ ਹੀ ਇੱਜ਼ਤ ਪ੍ਰਾਪਤ ਹੁੰਦੀ ਹੈ ਤੇ ਅਕਾਲ ਪੁਰਖ ਪਰਮਾਤਮਾ ਦੇ ਨਾਲ ਡੂੰਘੀ ਸਾਂਝ ਪੈ ਜਾਂਦੀ ਹੈ। ਨਾਏ ਮੰਨਿਐ ਭਵ ਜਲ ਲੰਘੀਐ ਫਿਰ ਬਿਘਨ ਨਾ ਹੋਈ। ਜੇਕਰ ਮਨ ਅਕਾਲ ਪੁਰਖ ਪਰਮਾਤਮਾ ਦੇ ਰੰਗ ਦੇ ਵਿੱਚ ਰੰਗਿਆ ਜਾਏ, ਪਾਤਸ਼ਾਹ ਜੀ ਕਹਿੰਦੇ ਨੇ ਸੰਸਾਰ ਸਮੁੰਦਰ ਮਨੁੱਖ ਪਾਰ ਲੰਘ ਜਾਂਦਾ ਹੈ ਤੇ ਜ਼ਿੰਦਗੀ ਦੇ ਰਾਹ ਦੇ ਵਿੱਚ ਕੋਈ ਰੁਕਾਵਟ ਨਹੀਂ ਆਉਂਦੀ। ਨਾਏ ਮੰਨਿਐ ਪੰਥ ਪ੍ਰਗਟਾ ਨਾਮੇ ਸਭ ਲੋਈ। ਜੇ ਮਨ ਅਕਾਲ ਪੁਰਖ ਪਰਮਾਤਮਾ ਦੇ ਰੰਗ ਵਿੱਚ ਰੰਗਿਆ ਜਾਏ ਤਾਂ ਜੀਵਨ ਦਾ ਰਸਤਾ ਪ੍ਰਤੱਖ ਸਾਫ਼ ਦਿਸਣ ਲੱਗ ਪੈਂਦਾ ਹੈ, ਕਿਉਂਕਿ ਨਾਮ ਵਿੱਚ ਸਾਰਾ ਚਾਨਣ ਹੈ। ਆਤਮਿਕ ਜੀਵਨ ਦੀ ਸੂਝ ਸਾਨੂੰ ਨਾਮ ਤੋਂ ਪ੍ਰਾਪਤ ਹੁੰਦੀ ਹੈ। ਨਾਨਕ ਸਤਿਗੁਰ ਮਿਲਿਐ ਨਾਉ ਮੰਨੀਐ ਜਿਨ ਦੇਵੈ ਸੋਈ। ਪਾਤਸ਼ਾਹ ਜੀ ਨੇ ਆਖਿਆ ਹੈ, ਜੇਕਰ ਨਾਮ ਦੇ ਵਿੱਚ ਮਨ ਪਤੀਤ ਜਾਂਦਾ, ਜਦੋਂ ਰਸਤਾ ਜੀਵਨ ਦਾ ਪ੍ਰਤੱਖ ਦਿਸਣ ਲੱਗ ਪੈਂਦਾ ਹੈ, ਸਾਫ਼ ਦਿਸਣ ਲੱਗ ਪੈਂਦਾ ਹੈ, ਕਿਉਂਕਿ ਨਾਮ ਦੇ ਵਿੱਚ ਸਾਰਾ ਚਾਨਣ ਹੈ। ਤੇ ਪਾਤਸ਼ਾਹ ਜੀ ਨੇ ਆਖਿਆ ਹੈ, ਜੇ ਸਤਿਗੁਰੂ ਮਿਲੇ ਤਾਂ ਹੀ ਨਾਮ ਸਿਮਰਨ ਜ਼ਿੰਦਗੀ ਦਾ ਪ੍ਰਗਟ ਪੰਥ ਮੰਨਿਆ ਜਾ ਸਕਦਾ ਹੈ, ਨਹੀਂ ਤਾਂ ਨਹੀਂ। ਤੇ ਇਹ ਦਾਤ ਮਿਲਦੀ ਉਹਨਾਂ ਨੂੰ ਹੈ ਜਿਨ੍ਹਾਂ ਨੂੰ ਅਕਾਲ ਪੁਰਖ ਪਰਮਾਤਮਾ ਆਪ ਦਿੰਦਾ ਹੈ। ਹੁਣ ਪੌੜੀ ਦੇ ਅੰਦਰ ਪਾਤਸ਼ਾਹ ਜੀ ਨੇ ਸਾਨੂੰ ਸਮਝਾਇਆ ਹੈ ਕਿ ਜੇਕਰ ਮਨੁੱਖ ਦਾ ਮਨ ਅਕਾਲ ਪੁਰਖ ਪਰਮਾਤਮਾ ਦੇ ਰੰਗ ਦੇ ਵਿੱਚ ਰੰਗਿਆ ਜਾਏ ਤਾਂ ਆ ਤਬਦੀਲੀ ਜੀਵਨ ਦੇ ਅੰਦਰ ਆਉਂਦੀ ਹੈ। ਰਸਤਾ ਸਾਫ਼ ਦਿਸਣ ਲੱਗ ਪੈਂਦਾ ਹੈ। ਸੰਸਾਰ ਸਮੁੰਦਰ ਤੋਂ ਮਨੁੱਖ ਪਾਰ ਲੰਘ ਜਾਂਦਾ ਹੈ। ਜ਼ਿੰਦਗੀ ਦੇ ਰਸਤੇ ਦੇ ਵਿੱਚ ਕੋਈ ਰੁਕਾਵਟ ਖੜੀ ਨਹੀਂ ਹੁੰਦੀ। ਸਾਨੂੰ ਇੱਜ਼ਤ ਪ੍ਰਾਪਤ ਹੋ ਜਾਂਦੀ ਹੈ। ਅਕਾਲ ਪੁਰਖ ਪਰਮਾਤਮਾ ਦੇ ਨਾਲ ਡੂੰਘੀ ਸਾਂਝ ਪੈ ਜਾਂਦੀ ਹੈ। ਜੀਵਨ ਦੇ ਅੰਦਰ ਸੁੱਖ ਪੈਦਾ ਹੋ ਜਾਂਦਾ ਹੈ। ਉੱਚੀ ਆਤਮਿਕ ਅਵਸਥਾ ਬਣ ਜਾਂਦੀ ਹੈ। ਤੇ ਇਹਦੇ ਲਈ ਕਰਨਾ ਕੀ ਪਵੇਗਾ? ਸਾਨੂੰ ਬਾਣੀ ਪੜ੍ਹਨੀ ਪਵੇਗੀ। ਬਾਣੀ ਨੂੰ ਜੀਵਨ ਦਾ ਆਧਾਰ ਬਣਾਉਣਾ ਪਵੇਗਾ, ਤਾਂ ਇਹ ਤਬਦੀਲੀ, ਇਹ ਸੁੱਖ ਜੀਵਨ ਦੇ ਅੰਦਰ ਆ ਸਕਦਾ ਹੈ। ਪਰ ਜੇਕਰ ਜ਼ਿੰਦਗੀ ਦੇ ਅੰਦਰ ਕਰਮ ਕਾਂਡ ਹੀ ਨਿਭਾਉਂਦੇ ਰਹੇ, ਜੇਕਰ ਪੱਥਰਾਂ ਦੀ ਪੂਜਾ ਹੀ ਕਰਦੇ ਰਹੇ, ਮਨ ਦੇ ਤਲ ਉੱਤੇ ਜੇਕਰ ਕੰਮ ਕਰਦੇ ਰਹੇ, ਤਾਂ ਪਾਤਸ਼ਾਹ ਜੀ ਕਹਿੰਦੇ ਫਿਰ ਤੇਰੇ ਜੀਵਨ ਦਾ ਕੁਝ ਨਹੀਂ ਬਣ ਸਕਦਾ। ਜੀਵਨ ਦੇ ਅੰਦਰ ਸੁੱਖ ਵੀ ਨਹੀਂ ਆ ਸਕਦਾ। ਹੁਣ ਪੌੜੀ ਦੇ ਅੰਦਰ ਪਾਤਸ਼ਾਹ ਜੀ ਨੇ ਮਨ ਅਕਾਲ ਪੁਰਖ ਪਰਮਾਤਮਾ ਦੇ ਰੰਗ ਦੇ ਵਿੱਚ ਰੰਗਣ ਦੀ ਗੱਲ ਕੀਤੀ ਹੈ। ਹੁਣ ਸ਼ਲੋਕ ਦੇ ਅੰਦਰ ਧੰਨ ਸ਼੍ਰੀ ਗੁਰੂ ਨਾਨਕ ਸਾਹਿਬ ਪਾਤਸ਼ਾਹ ਜੀ ਨੇ ਬਖਸ਼ਿਸ਼ ਕੀਤੀ, ਘਰ ਨਾਰਾਇਣ ਸਭਾ ਨਾਲ। ਪਾਤਸ਼ਾਹ ਜੀ ਨੇ ਆਖਿਆ ਹੈ, ਨਾਰਾਇਣ ਕਹਿੰਦੇ ਠਾਕੁਰ ਦੀ ਮੂਰਤੀ ਨੂੰ।
ब्राह्मण अपने घर विच बहुत सारिया मूर्तियां समेत ठाकरां दी मूर्ति स्थापन करता है, रखता है। पूज करे रखे ना वाल, इशनान करा के कहते उसकी पूजा भी करता है। उस मूर्ति का ठाकुर का इशनान भी कराउंदा है। कुंगू चन्नन फुल चढ़ाए, पैरी पै पै बहुत मनाए। केसर चंदन दे फुल उस मूर्ति दे अगे भेंट धरदा है। उसके पैरों उत्ते अपना सिर रख के उसनूं प्रसन्न करन दा यतन करदा कि फुल रखिया ये मूर्ति प्रसन्न हो जाएगी। मूर्ति दे पैरों ते सिर रखिया ये मूर्ति प्रसन्न हो जाएगी। इसकी पूजा करांगा, इसका इशनान करावांगा, ये मूर्ति प्रसन्न हो जाएगी, मैं ठाकुर नूं मना लवांगा। पातशाह जी कहते पैरी पै पै बहुत मनाए, माणुआ मंग मंग पहने खाए। एक बन्ने मूर्ति की पूजा भी कर रहा है, उसका इशनान भी करा रहा है, फुल भी भेंट कर रहा है, ਉਹਦੇ पैरों ते सिर भी रख रहा है, उसनूं प्रसन्न करन दा यतन करदा है। पातशाह जी कहते पर रोटी कपड़ा होर मनुखां तो मंग मंग के खांदा ते पहनदा है। मूर्ति दे अगे सब कुछ भेंट किया जा रहा है, फुल भी चढ़ाए जा रहे हैं, मूर्तियां नूं भोग भी लगाया जा रहा है पदार्थां दा। ते पातशाह जी कहते आप दूजियां दे कोलों कपड़ा मंग के पहन रहा है ते मंग के ही खा रहा है। माणुआ मंग मंग पहने खाए, अंधी कमी अंध सजाए। अज्ञानता वाले काम कीतियां यही सज़ा मिलती है कि होर अज्ञानता वधदी जाए। जेकर मनुख अज धर्म के नां ते कर्म कांड निभा रहा है, मनुख ने अपनी जिंदगी के अंदर अजिहे कर्म जोड़ लए जिन्हां दे विचों सानूं कोई बैनीफिट प्राप्त तां होना नहीं। पातशाह जी कहते जेकर अज्ञानता वाले काम करांगे ना तो फल भी सानूं अजिहा ही प्राप्त होवेगा। अज्ञानता वधदी जाएगी, घटनी नहीं, ये सानूं फल मिलेगा। जेकर असीं कर्म माड़े करांगे, जिहो जे बंदे दे कर्म ओहो जिहा फल प्राप्त हो जाता है। अंधी कमी अंध सजाए। हुण तुसीं आप समझदार बैठे हो कि जेकर मनुख मूर्तियां की पूजा करेगा, जेकर ज्योतिषियां पांधियां दे कोल टुरिया फिरेगा, तो पातशाह जी ने आखे अज्ञानता वधेगी, घट नहीं लगी। जिथे दो डेरेदारां दे कोल जांदा फिर चारां दे कोल जाएगा कि ये भी बाबे बड़े शक्तिशाली ने, किते इत्थों किस चीज़ का राम आ जाए। अज्ञानता वधेगी, घटन नहीं लगी। कहते अंधी कमी अंध सजाए। अज्ञानता वाले काम कीतियां, मूर्खां वाले काम कीतियां मूर्खता ही वधदी है, घटदी नहीं। भुखियां दे ना मरदियां रखै, अंधा झगड़ा अंधी सत्थै। मूर्ख मनुख ये नहीं जानता, ये समझदा नहीं कि ये मूर्ति ना भुखे नूं कुछ दे सकती है। मूर्ति की पूजा कर रहा है, फुल उहदे अगे भेंट कर रहा है, पैरों ते मत्था टेक रहा है। चंगी होवे मूर्ति नूं खाण नूं भी देवे, कुछ ना कुछ पहनण नूं कपड़ा भी देवे, फिर तां इहदी पूजा करन दा फायदा है। सानूं अकाल पुरख परमात्मा के सिस्टम दे विच सब कुछ प्राप्त हो रहा है। असी उस अकाल पुरख परमात्मा नूं भुल गए हाँ ते मूर्तियां की पूजा शुरू की है। हुण पातशाह जी कहते ने अंधी कमी अंध सजाए, भुखियां दे ना मरदियां रखे। मूर्ख मनुख जानता नहीं कि ये मूर्ति ना भुखे नूं कुछ दे सकती है, ना भुखे मरदे नूं मरनों बचा सकती है, नहीं कुछ कर सकती। क्योंकि मूर्ति तो एक पत्थर है, तराश के विचों पत्थर दे विचों मूर्ति बना दी गई। अकाल पुरख परमात्मा दे हाथ दे विच सब कुछ। आपां आशा की वार पावन बाणी की पहली पौड़ी पढ़ के वेख लईए, आपां पातशाह जी की बाणी नूं पढ़दे हां तां ये सिस्टम अकाल पुरख परमात्मा दे हाथ दे विच है, कोई दूजा तीजा नहीं चला रहा संसार नूं। भुखियां दे ना मरदियां रखै, अंधा झगड़ा अंधी सत्तै। ये मूर्ति ना भुखे नूं कुछ देंदी जे ते ना भुख मरदे नूं मरनों बचा सकती है।
अंधा झगड़ा अंधी सथै, फिर भी मूर्ति पूजक मूर्ख मनुख। अगियानियां दी सभा विच अगियानता वाला ये लम्मा गेड़ तुरिया ही जाता है, घट नहीं रहा, ये वाधा जा रहा है। फिर भी लोग अखां मीट के परमात्मा नूं छड्ड के मूर्ति पूजा करते जा रहे हैं। अखां मीट लईआं, भीड़ चाल फड़ लई, आ फलाना बंदा मूर्ति की पूजा कर रहा तो मैं भी करके वेख लवां। पातशाह जी कहते अखां मीट लईआं। अज धर्म की जिथे गल आउंदी है ना, धर्मियां की जिथे गल आवेगी, पातशाह जी कहते लोगों ने अखां मीटियां ने। बाजार दे विचों कोई चीज़ लैन जाइए ना, बंदा परख करता है कि ओरिजिनल है, किते नकल ना सानू कोई दे देवे। पर अज धर्म की दुनिया के अंदर झात मार के वेखो, लोग अखां मीट के टुरे हुए ने। जिधर न कोई कहता उधर टुरे जा रहे ने। असी धन श्री गुरु ग्रंथ साहिब महाराज जी की पावन बाणी दे कोलों पुछिया ही नहीं कि गुरु पातशाह जी की ठीक है तो की नहीं, की असी करना है तो की नहीं करना। असी गुरु पातशाह जी दे कोलों पुछिया ही नहीं कि असी मूर्ति पूजा करनी है कि असी अकाल दे पुजारी हैं, नहीं पुछिया। असी जपजी साहिब की बाणी भी छड्ड दित्ती, असी सहज पाठ करने भी छड्डे। ते पातशाह जी कहते अगियानियां दी सभा विच अगियानता वाला ये लम्मा गेड़ तुरिया जा रहा है। कहते भाव फिर भी लोग अखां मीट के ये अगियानता वाले काम करते ने, परमात्मा नूं छड्ड दिता है ते मूर्ति पूजा करी जा रहे ने। धन श्री गुरु ग्रंथ साहिब महाराज जी की पावन बाणी नूं पढ़नों हट गए, जिन्हों पढ़ के साडी आत्मक अवस्था उच्ची हो जानी सी। बाणी नूं पढ़ के साडा मन अकाल पुरख परमात्मा दे रंग दे विच रंगिया जाना सी, सानूं सुख प्राप्त होना सी। पातशाह जी कहंदे इहनूं छड्ड दिता ते गुरु नानक साहिब पातशाह जी कहंदे मूर्ति पूजा आरंभ कर दित्ती। ते जेकर मूर्तियां की पूजा की है तो लोग आप ही पत्थर होए ने, पत्थरां की पूजा करके विचों निकलिया कुछ नहीं। हुण अगे धन श्री गुरु नानक साहिब पातशाह जी ने बख्शिश की, सभे सुरती जोग सब सभे वेद पुराण, सभे करने तप सब सभे गीत ज्ञान, जोग मत अनुसार अपनी बिरती जोड़नी, वेद पुराण आदि दे पाठ करने, तप साधने, भजना दे गीत ते उन्हां दियां विचारां करनियां, सभे बुद्धि शुद्ध सब सब तीर्थ सब थान, उच्ची बुद्ध ते चंगी अकल, तीर्थ अस्थान आदि दे इशनान करने, सब पातशाहियां अमर सब सब खुशियां सब खान, पातशाहियां दे हुकूमतां खुशियां ते चंगे खाने खाने, सभे मानस देव सब सभे जोग ध्यान, मनुख ते देवते जोग दियां समाधियां, सभे पुरियां खंड सब सभे जी जहान, धरतियां दे मंडल दे हिस्से सारे जगत दे जी जंत, हुक्म चलाए अपने करमी वह कलाम। इन्हां सबना जो चीज़ां उपर गुरु नानक साहिब पातशाह जी ने गिनाइयां ने ना, कहते परमात्मा अपने हुक्म विच तोरदा, उहदे हुक्म सिस्टम निजम दे विच सब कुछ आपो अपना काम कर रहे ने, पर उस दे हुक्म दी कलम जीवां दे कीते कर्मां अनुसार वगदी है। परमात्मा दे हुक्म दे विच सब कुछ हो रहा है, ते पर उस दे हुक्म दी कलम है जो जीवां दे कीते कर्मां अनुसार वगदी है। जिवें दे कर्म ओहो जिहा लेख लिखिया जाता है। नानक सच्चा सच नाए सच सभा दीवान। हुण गुरु नानक साहिब पातशाह जी ने क्लीयर किया, दीवान कहते ने कचहरी नूं, कहते वो परमात्मा सदा कायम रहने वाला है, अविनाशी है, उसके बराबर दा कोई संसार दे अंदर नहीं, उहदा कोई शरीक नहीं, उसका दरबार सदा कायम रहने वाला है। उस अकाल पुरख परमात्मा दे नाम विच जुड़िया उसकी प्राप्ति होंदी है। कर्म कांड निभाया प्राप्ति नहीं होनी, सुरत जोड़िया प्राप्ति होगी।
ਤੇ ਅੱਗੇ ਪਾਤਸ਼ਾਹ ਜੀ ਨੇ ਆਖਿਆ, ਕਹਿੰਦੇ ਕਈ ਜੀਵ ਜੋਗ ਦੇ ਰਾਹੀਂ ਸੁਰਤ ਜੋੜਦੇ ਨੇ। ਜਿਹੜੇ ਜੋਗੀਆਂ ਦੀ ਗੱਲ ਕੀਤੀ, ਕਹਿੰਦੇ ਆਪੋ ਆਪਣੇ ਤਰੀਕੇ ਵਰਤੇ ਜਾ ਰਹੇ ਨੇ, ਜੋਗ ਦੇ ਰਾਹੀਂ ਸੁਰਤ ਜੋੜਦੇ ਨੇ। ਕਈ ਵੇਦ ਪੁਰਾਣਾਂ ਦੇ ਪਾਠ ਕਰਦੇ ਨੇ, ਕਿਤੇ ਇਹਨਾਂ ਤਰੀਕਿਆਂ ਦੇ ਨਾਲ ਸੁਰਤ ਜੋੜੀ ਜਾ ਰਹੀ ਹੈ। ਕੋਈ ਤਪ ਸਾਧਦੇ ਪਏ ਨੇ ਕਿ ਇਸ ਤਰੀਕੇ ਨਾਲ ਹੀ ਕਿਤੇ ਪ੍ਰਾਪਤੀ ਹੋ ਜਾਵੇਗੀ। ਤੇ ਕਹਿੰਦੇ ਕਈ ਵੇਦ ਪੁਰਾਣਾਂ ਦੇ ਪਾਠ ਕਰਦੇ ਨੇ, ਕਿਤੇ ਇਹਨਾਂ ਤਰੀਕਿਆਂ ਦੇ ਨਾਲ ਪ੍ਰਾਪਤੀ ਹੋ ਜਾਵੇ। ਕਈ ਤਪ ਸਾਧਦੇ ਪਏ ਨੇ, ਕੋਈ ਘਰ ਛੱਡ ਕੇ ਜੰਗਲਾਂ ਦੇ ਵਿੱਚ ਜਾ ਕੇ ਪੁੱਠੇ ਲਮਕ ਰਹੇ ਨੇ। ਕੋਈ ਉੱਚੀਆਂ ਅਕਲਾਂ ਦੌੜਾਉਂਦੇ ਹਨ ਕਿ ਮੇਰੀ ਅਕਲ ਬਹੁਤ ਹੈ, ਮੈਂ ਬੜਾ ਸਿਆਣਾ ਹਾਂ, ਮੇਰੀ ਸਿਆਣਪ ਦੇ ਨਾਲ ਰੱਬ ਦੀ ਪ੍ਰਾਪਤੀ ਹੋ ਜਾਵੇਗੀ। ਕੋਈ ਭਜਨ ਗਾ ਰਿਹਾ ਹੈ, ਕਹਿੰਦੇ ਕੋਈ ਉੱਚੀਆਂ ਅਕਲਾਂ ਦੌੜਾ ਰਿਹਾ ਹੈ। ਕਈ ਤੀਰਥਾਂ 'ਤੇ ਇਸ਼ਨਾਨ ਕਰ ਰਹੇ ਨੇ, ਕਿਤੇ ਤੀਰਥਾਂ 'ਤੇ ਇਸ਼ਨਾਨ ਕੀਤਿਆਂ ਪ੍ਰਮਾਤਮਾ ਦੀ ਪ੍ਰਾਪਤੀ ਹੋ ਜਾਏਗੀ। ਕੋਈ ਪਾਤਸ਼ਾਹ ਬਣ ਕੇ ਕਹਿੰਦੇ ਹਕੂਮਤਾਂ ਕਰ ਰਹੇ ਨੇ, ਕਈ ਹਕੂਮਤਾਂ ਕਰਦੇ ਨੇ, ਕੋਈ ਤੀਰਥ ਇਸ਼ਨਾਨ ਕਰ ਰਿਹਾ ਹੈ, ਕੋਈ ਮੌਜਾਂ ਮਾਣ ਰਹੇ ਨੇ, ਕੋਈ ਵਧੀਆ ਖਾਣੇ ਖਾ ਰਹੇ ਨੇ। ਕਿ ਵਧੀਆ ਖਾਣੇ ਖਾਓ, ਇਹ ਜ਼ਿੰਦਗੀ ਦੁਆਰਾ ਮਿਲਣੀ ਹੈ ਜਾਂ ਨਹੀਂ ਮਿਲਣੀ, ਚੰਗੀ ਐਸ਼ ਕਰੋ। ਕਈ ਆਹੀ ਕਹਿ ਕੇ ਆਪਣੀ ਜ਼ਿੰਦਗੀ ਦੇ ਦਿਨ ਲੰਘਾਈ ਜਾ ਰਹੇ ਨੇ। ਕਹਿੰਦੇ ਕੋਈ ਮਨੁੱਖ ਹਨ, ਕੋਈ ਦੇਵਤੇ, ਕੋਈ ਸਮਾਧੀਆਂ ਲਾ ਰਹੇ ਨੇ। ਕਹਿੰਦੇ ਸਾਰੇ ਜਗਤ ਦੇ ਜੀ ਜੰਤ ਵੱਖੋ ਵੱਖ ਆਹਰ ਵਿੱਚ ਲੱਗੇ ਹੋਏ ਨੇ। ਇਹ ਜੋ ਕੁਝ ਹੋ ਰਿਹਾ ਸੰਸਾਰ ਦੇ ਅੰਦਰ ਪਰਮਾਤਮਾ ਦੇ ਹੁਕਮ ਵਿੱਚ ਹੋ ਰਿਹਾ, ਇਹਦੇ ਵਿੱਚ ਕੋਈ ਸ਼ੱਕ ਵਾਲੀ ਗੱਲ ਨਹੀਂ। ਹਰੇਕ ਕੰਮ ਅਕਾਲ ਪੁਰਖ ਪਰਮਾਤਮਾ ਦੇ ਹੁਕਮ ਵਿੱਚ ਹੋ ਰਿਹਾ, ਰਜ਼ਾ ਦੇ ਵਿੱਚ ਹੋ ਰਿਹਾ। ਆਪਾਂ ਗੁਰੂ ਨਾਨਕ ਸਾਹਿਬ ਪਾਤਸ਼ਾਹ ਜੀ ਦੇ ਪਾਵਨ ਬਚਨ ਰੋਜ਼ਾਨਾ ਪੜ੍ਹਦੇ ਹਾਂ ਕਿ ਅਕਾਲ ਪੁਰਖ ਪਰਮਾਤਮਾ ਦਾ ਹੁਕਮ ਹਰ ਥਾਂ ਵਰਤ ਰਿਹਾ ਹੈ। ਹੁਕਮੀ ਹੋਵਣ ਆਕਾਰ ਹੁਕਮ ਨਾ ਕਹਿਆ ਜਾਈ, ਹੁਕਮੀ ਹੋਵਣ ਜੀ ਹੁਕਮ ਮਿਲਿਆ ਵਡਿਆਈ। ਹੁਕਮੀ ਉਤਮ ਨੀਚ ਹੁਕਮ ਲਿਖ ਦੁੱਖ ਸੁਖ ਪਾਈਐ, ਇੱਕ ਨਾ ਹੁਕਮੀ ਬਖਸ਼ੀਸ਼ ਇੱਕ ਹੁਕਮੀ ਸਦਾ ਭਵਾਈਐ। ਹੁਕਮੈ ਅੰਦਰ ਸਭ ਕੋ ਬਾਹਰ ਹੁਕਮ ਨਾ ਕੋਏ, ਹੁਕਮ ਦੇ ਅੰਦਰ ਸਭ ਕੁਝ ਹੈ। ਪਾਤਸ਼ਾਹ ਨੇ ਜੋ ਗੱਲਾਂ ਉੱਪਰ ਗਿਣਾ ਦਿੱਤੀਆਂ ਨਾ, ਤਪ ਸਾਧੇ ਜਾ ਰਹੇ ਨੇ, ਤੀਰਥਾਂ ਦੇ ਇਸ਼ਨਾਨ, ਕੋਈ ਚੰਗੇ ਖਾਣੇ ਖਾ ਰਿਹਾ ਹੈ, ਕੋਈ ਉੱਚੀਆਂ ਅਕਲਾਂ ਦੌੜਾ ਰਿਹਾ ਹੈ, ਕੋਈ ਤਪ ਸਾਧ ਰਿਹਾ ਹੈ, ਕੋਈ ਭਜਨ ਗਾ ਰਿਹਾ ਹੈ, ਕੋਈ ਗਿਆਨ ਚਰਚਾ ਕਰ ਰਿਹਾ ਹੈ, ਉਹ ਸਭ ਕੁਝ ਹੁਕਮ ਦੇ ਅੰਦਰ ਰਿਹਾ ਹੈ। ਪਰ ਜੀਵਾਂ ਦੀ ਇਹ ਵੱਖੋ ਵੱਖ ਕਿਸਮ ਦੀ ਰੁਚੀ ਹੈ, ਕਿਸੇ ਦੀ ਖਾਣ ਵਿੱਚ, ਕਿਸੇ ਤਪ ਸਾਧਨ ਦੇ ਵਿੱਚ, ਕਿਸੇ ਦੀ ਤੀਰਥਾਂ ਦੇ ਜਾ ਕੇ ਇਸ਼ਨਾਨ ਕਰਨ ਦੇ ਵਿੱਚ। ਇਹ ਵੱਖੋ ਵੱਖ ਰੁਚੀ ਦੀ ਕਿਸਮ ਪਾਤਸ਼ਾਹ ਜੀ ਕਹਿੰਦੇ ਨੇ, ਵੱਖੋ ਵੱਖ ਕਿਸਮ ਦੀ ਰੁਚੀ ਉਹਨਾਂ ਦੇ ਆਪੋ ਆਪਣੇ ਕੀਤੇ ਕਰਮਾਂ ਅਨੁਸਾਰ ਹੈ। ਕਰਮ ਅਜਿਹੇ ਕੀਤੇ ਕਿ ਰੁਚੀ ਤੀਰਥਾਂ ਦੇ ਇਸ਼ਨਾਨ ਕਰਨ ਦੇ ਵਿੱਚ ਬਣੀ ਹੈ। ਕਰਮ ਜੇਕਰ ਚੰਗੇ ਕੀਤੇ ਹੁੰਦੇ ਤਾਂ ਬਾਣੀ ਪੜ੍ਹਨ ਦੇ ਵਿੱਚ ਰੁਚੀ ਬਣ ਜਾਣੀ ਸੀ। ਪਾਤਸ਼ਾਹ ਜੀ ਕਹਿੰਦੇ ਜੀਵਾਂ ਦੀ ਇਹ ਵੱਖੋ ਵੱਖ ਕਿਸਮ ਦੀ ਰੁਚੀ ਹੈ ਨਾ, ਪਾਤਸ਼ਾਹ ਜੀ ਕਹਿੰਦੇ ਉਹਨਾਂ ਦੇ ਆਪੋ ਆਪਣੇ ਕਰਮਾਂ ਅਨੁਸਾਰ ਹੈ। ਜਿਵੇਂ ਦੇ ਕਰਮ ਕੀਤੇ ਰੁਚੀ ਅਜੇ ਹੀ ਬਣ ਗਈ। ਕਹਿੰਦੇ ਫਲ ਪਰਮਾਤਮਾ ਦੀ ਰਾਜਾ ਵਿੱਚ ਹੀ ਮਿਲ ਰਿਹਾ ਜੀ। ਕਰਮ ਅਜਿਹੇ ਕੀਤੇ ਕਿ ਰੁਚੀ ਤੀਰਥਾਂ 'ਤੇ ਇਸ਼ਨਾਨ ਕਰਨ ਦੇ ਵਿੱਚ ਬਣੀ, ਪਰ ਪਾਤਸ਼ਾਹ ਜੀ ਨੇ ਆਖਿਆ ਫਲ ਪਰਮਾਤਮਾ ਦੀ ਰਜਾ ਵਿੱਚ ਹੀ ਮਿਲ ਰਿਹਾ ਹੈ। ਕਰਮ ਬੰਦਾ ਆਪ ਕਰਦਾ ਹੈ, ਫਲ ਅਕਾਲ ਪੁਰਖ ਪਰਮਾਤਮਾ ਦੇ ਹੁਕਮ ਦੇ ਵਿੱਚ ਹੀ ਮਿਲਦਾ ਹੈ। ਕਰਮ ਕਰਨ ਪੱਖੋਂ ਮਨੁੱਖ ਨੂੰ ਖੁੱਲ੍ਹ ਹੈ, ਪਰ ਫਲ ਉਹਦੇ ਹੁਕਮ ਦੇ ਵਿੱਚ ਹੀ ਮਿਲਦਾ ਹੈ। ਕਹਿੰਦੇ ਵੱਖੋ ਵੱਖ ਕਿਸਮ ਦੀ ਰੁਚੀ ਉਹਨਾਂ ਦੇ ਆਪੋ ਆਪਣੇ ਕੀਤੇ ਕਰਮਾਂ ਅਨੁਸਾਰ ਹੈ, ਪਰ ਫਲ ਦੀ ਪ੍ਰਾਪਤੀ ਰਜ਼ਾ ਵਿੱਚ ਮਿਲ ਰਹੀ ਹੈ। ਤੇ ਪੌੜੀ ਦੇ ਅੰਦਰ ਧੰਨ ਸ਼੍ਰੀ ਗੁਰੂ ਨਾਨਕ ਸਾਹਿਬ ਪਾਤਸ਼ਾਹ ਜੀ ਨੇ ਅਕਾਲ ਪੁਰਖ ਪਰਮਾਤਮਾ ਦੇ ਰੰਗ ਦੇ ਵਿੱਚ ਮਨ ਰੰਗਣ ਦੀ ਗੱਲ ਕੀਤੀ ਹੈ। ਜੇਕਰ ਕਰਮ ਅਜਿਹੇ ਕਰਾਂਗੇ ਮਾੜੇ ਤਾਂ ਰੁਚੀ ਵੀ ਮਾੜੀਆਂ ਚੀਜ਼ਾਂ ਦੇ ਵਿੱਚ ਬਣੇਗੀ। ਜੇਕਰ ਆਪਣੀ ਸੁਰਤ ਨੂੰ ਅਕਾਲ ਪੁਰਖ ਪਰਮਾਤਮਾ ਦੇ ਨਾਮ ਦੇ ਵਿੱਚ ਜੋੜ ਲਵਾਂਗੇ ਤਾਂ ਪਾਤਸ਼ਾਹ ਜੀ ਨੇ ਇਹ ਵੀ ਆਖਿਆ, ਨਾਏ ਮੰਨਿਆ ਸੁਖ ਉਪਜੈ, ਨਾਮੇ ਗਤ ਹੋਈ। ਫਿਰ ਸੁਖ ਵੀ ਪੈਦਾ ਹੋ ਜਾਂਦਾ ਹੈ ਤੇ ਉੱਚੀ ਆਤਮਿਕ ਅਵਸਥਾ ਵੀ ਬਣ ਜਾਂਦੀ ਹੈ। ਜੀਵਨ ਦਾ ਰਸਤਾ ਪੱਧਰਾ ਹੋ ਜਾਂਦਾ ਹੈ, ਸਾਫ਼ ਨਜ਼ਰ ਆਉਣ ਲੱਗ ਪੈਂਦਾ ਹੈ।
ਤੇ ਜੇਕਰ ਮੂਰਤੀਆਂ ਦੀ ਪੂਜਾ ਹੀ ਕਰਦੇ ਰਹੇ, ਜੇਕਰ ਰੁਚੀ ਮਾੜੀਆਂ ਚੀਜ਼ਾਂ ਵਿੱਚ ਬਣਾ ਕੇ ਬੈਠੇ ਰਹੇ ਤਾਂ ਪਾਤਸ਼ਾਹ ਜੀ ਕਹਿੰਦੇ ਨੇ ਫਿਰ ਫਲ ਅਕਾਲ ਪੁਰਖ ਪਰਮਾਤਮਾ ਦੇ ਹੁਕਮ ਵਿੱਚ ਤੈਨੂੰ ਪ੍ਰਾਪਤ ਹੋਵੇਗਾ। ਮਾੜੇ ਕਰਮ ਤੇ ਮਾੜੇ ਕਰਮਾਂ ਦਾ ਮਾੜਾ ਨਤੀਜਾ, ਮਾੜਾ ਸਿੱਟਾ ਹੀ ਨਿਕਲੇਗਾ। ਚੰਗੇ ਫਲ ਦੀ ਪ੍ਰਾਪਤੀ ਨਹੀਂ ਕੀਤੀ ਜਾ ਸਕਦੀ। ਧੰਨ ਸ਼੍ਰੀ ਗੁਰੂ ਨਾਨਕ ਸਾਹਿਬ ਪਾਤਸ਼ਾਹ ਜੀ ਨੇ ਇਸ ਪਾਵਨ ਪੌੜੀ ਤੇ 2 ਸ਼ਲੋਕਾਂ ਦੇ ਅੰਦਰ ਬੜਾ ਸੋਹਣਾ ਸਾਨੂੰ ਉਪਦੇਸ਼ ਦਿੱਤਾ ਹੈ, ਸਾਡੇ ਜੀਵਨ ਨੂੰ ਸਵਾਰਨ ਵਾਲਾ ਕਿ ਅਸੀਂ ਅੱਜ ਖੜੇ ਕਿੱਥੇ ਹਾਂ, ਅਸੀਂ ਕਰ ਕੀ ਰਹੇ ਹਾਂ ਤੇ ਸਾਨੂੰ ਕਰਨਾ ਕੀ ਚਾਹੀਦਾ ਹੈ। ਪਾਤਸ਼ਾਹ ਜੀ ਕਹਿੰਦੇ ਜੇਕਰ ਸੁੱਖ ਆਪਣੀ ਜੀਵਨ ਦੇ ਅੰਦਰ ਚਾਹੁੰਦਾ ਹੈ ਨਾ, ਆਪਾਂ ਗੁਰੂ ਅਰਜਨ ਸਾਹਿਬ ਪਾਤਸ਼ਾਹ ਜੀ ਦੇ ਪਾਵਨ ਬਚਨ ਪੜ੍ਹਦੀਆਂ ਚੇਤ ਗੋਬਿੰਦ ਅਰਾਧੀਐ ਹੋਵੇ ਆਨੰਦ ਘਣਾ। ਜੇਕਰ ਘਣਾ ਆਨੰਦ ਚਾਹੁੰਦਾ ਤਾਂ ਗੋਬਿੰਦ ਦਾ ਆਰਾਧਨ ਘਰਾਂ ਦੇ ਵਿੱਚ ਲੈ ਆ। ਅੱਜ ਸੁੱਖ ਸੰਸਾਰ ਦਾ ਹਰੇਕ ਮਨੁੱਖ ਚਾਹੁੰਦਾ ਪਰ ਗੋਬਿੰਦ ਦਾ ਆਰਾਧਨ ਸਾਡੇ ਘਰਾਂ ਦੇ ਵਿੱਚੋਂ ਗਵਾਚ ਗਿਆ, ਫਿਰ ਸੁੱਖ ਦੀ ਪ੍ਰਾਪਤੀ ਨਹੀਂ ਹੋਣੀ। ਲੋੜ ਹੈ ਗੋਬਿੰਦ ਦਾ ਆਰਾਧਨ ਘਰਾਂ ਦੇ ਵਿੱਚ ਲੈ ਕੇ ਆਈਏ, ਗੁਰੂ ਦੇ ਅਸੂਲਾਂ ਨੂੰ ਘਰਾਂ ਦੇ ਵਿੱਚ ਲਾਗੂ ਕਰੀਏ, ਤਾਂ ਸਾਡੇ ਘਰਾਂ ਦੇ ਅੰਦਰ ਸੁੱਖ ਪੈਦਾ ਹੋ ਸਕਦਾ ਹੈ। ਗੁਰੂ ਨਾਨਕ ਸਾਹਿਬ ਪਾਤਸ਼ਾਹ ਜੀ ਨੇ ਜੋ ਉਪਦੇਸ਼ ਪੌੜੀ ਦੇ ਰਾਹੀਂ ਸਾਨੂੰ ਦੇਣਾ ਕੀਤਾ ਹੈ, ਉਸ ਉਪਦੇਸ਼ ਨੂੰ ਆਪਣੇ ਹਿਰਦਿਆਂ ਦੇ ਅੰਦਰ ਟਿਕਾਈਏ ਤੇ ਸੁੱਖ ਪ੍ਰਾਪਤ ਕਰੀਏ। ਪੱਥਰਾਂ ਦੀ ਪੂਜਾ ਦੇ ਵਿੱਚੋਂ ਬਾਹਰ ਆਈਏ। ਜਿਨ੍ਹਾਂ ਚੀਜ਼ਾਂ ਦੇ ਵਿੱਚ ਅਸੀਂ ਰੁਚੀ ਬਣਾ ਕੇ ਬੈਠੇ ਹਾਂ ਤੇ ਉਹਨਾਂ ਦੇ ਵਿੱਚ ਰੁਚੀ ਬਣਾਇਆ, ਸਾਨੂੰ ਚੰਗੀ ਚੀਜ਼ ਦੀ ਪ੍ਰਾਪਤੀ ਨਹੀਂ ਹੋਣੀ। ਰੁਚੀ ਬਣਾਈਏ ਗੁਰਬਾਣੀ ਪੜ੍ਹਨ ਦੇ ਵਿੱਚ, ਵਿਚਾਰਨ ਦੇ ਵਿੱਚ ਤੇ ਆਪਣੀ ਜੀਵਨ ਦੇ ਵਿੱਚ ਕਮਾਉਣ ਦੇ ਵਿੱਚ ਸਾਡੀ ਰੁਚੀ ਹੋਣੀ ਚਾਹੀਦੀ ਹੈ, ਤਾਂ ਸਾਡਾ ਜੀਵਨ ਸਚਿਆਰਾ ਬਣ ਸਕਦਾ ਹੈ। ਆਓ ਗੁਰੂ ਨਾਨਕ ਸਾਹਿਬ ਪਾਤਸ਼ਾਹ ਜੀ ਦੇ ਪਾਵਨ ਬਚਨਾਂ ਨੂੰ ਰਲ ਮਿਲ ਕੇ ਪੜ੍ਹੀਏ। ਉਪਰੰਤ ਸਮਾਪਤੀ ਹੈ। ਘਰ ਨਾਰਾਇਣ ਸਭਾ ਨਾਲ, ਘਰ ਨਾਰਾਇਣ ਸਭਾ ਨਾਲ, ਪੂਜ ਕਰੇ ਰੱਖੈ ਨਾਵਾਲ, ਪੂਜ ਕਰੇ ਰੱਖੈ ਨਾਵਾਲ। ਕੁੰਗੂ ਚੰਨਨ ਫੁੱਲ ਚੜਾਏ, ਕੁੰਗੂ ਚੰਨਨ ਫੁੱਲ ਚੜਾਏ। ਉੱਚੀ ਆਵਾਜ਼ ਦੇ ਅੰਦਰ ਪੈਰੀ ਪੈ ਪੈ ਬਹੁਤ ਮਨਾਏ, ਪੈਰੀ ਪੈ ਪੈ ਬਹੁਤ ਮਨਾਏ। ਮਾਣੂਆ ਮੰਗ ਮੰਗ ਪੈਨੇ ਖਾਏ, ਮਾਣੂਆ ਮੰਗ ਮੰਗ ਪੈਨੇ ਖਾਏ। अंधी कम्मी अंध सजाए, अंधी कम्मी अंध सजाए। भुखियां दे न मरदियां रखै, भुखियां दे न मरदियां रखै। अंधा झगड़ा अंधी सथै, अंधा झगड़ा अंधी सथै। ਸੋ ਗੁਰੂ ਸਾਹਿਬ ਜੀ ਕਿਰਪਾ ਕਰਨ, ਕੀਤੀਆਂ ਵਿਚਾਰਾਂ ਸਾਡੇ ਜੀਵਨ ਦਾ ਆਧਾਰ, ਸਾਡੇ ਹਿਰਦਿਆਂ ਦਾ ਸ਼ਿੰਗਾਰ ਬਣ ਜਾਣ। ਵਿਚਾਰਾਂ ਕਰਦਿਆਂ ਬੇਅੰਤ ਪ੍ਰਕਾਰ ਦੀਆਂ ਭੁੱਲਾਂ ਗਲਤੀਆਂ ਹੋ ਜਾਂਦੀਆਂ ਨੇ। ਗੁਰੂ ਸਾਹਿਬ ਜੀ ਬਖਸ਼ਣ ਯੋਗ ਨੇ, ਅਣਜਾਣ ਸਮਝ ਕੇ ਬਖਸ਼ ਲੈਣ, ਅੱਗੇ ਤੋਂ ਸਮਤ ਬਖਸ਼ਣ। ਅਖੀਰ ਦੇ ਵਿੱਚ ਬੜੇ ਹੀ ਅਦਬ ਸਤਿਕਾਰ ਔਰ ਪਿਆਰ ਦੇ ਵਿੱਚ ਭਿੱਜ ਕੇ ਫਤਿਹ ਪ੍ਰਵਾਨੋ ਜੀ ਆਖੋ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।